हेलो फ्रेंड्स, मैं इकबाल सिंह हंस कोचिंग ਤੋਂ ਅੱਜ ਹਾਜ਼ਰ ਹਾਂ ਨਵਾਂ ਟੌਪਿਕ ਲੈ ਕੇ ਨਰੇਸ਼ਨ ਡਾਇਰੈਕਟ ਇਨਡਾਇਰੈਕਟ ਸਪੀਚ ਜਾਂ ਫਿਰ ਰਿਪੋਰਟਡ ਸਪੀਚ ਵੀ ਕਹਿ ਸਕਦੇ ਹਾਂ ਆਪਾਂ ਇਸ ਨੂੰ। ਕੀ ਹੈ ਇਹ? ਆਓ ਸਮਝਦੇ ਹਾਂ। The art of reporting the words of a speaker is termed as narration or reported speech। ਕੋਈ ਬੰਦਾ ਕਿਸੇ ਨਾਲ ਗੱਲ ਕਰ ਰਿਹਾ ਤੇ ਮੈਂ ਉਸ ਦੀ ਗੱਲ ਨੂੰ ਸੁਣ ਕੇ ਤੁਹਾਨੂੰ ਆ ਕੇ ਦੱਸ ਰਿਹਾ ਕਿ ਉਸਨੇ ਕੀ ਬੋਲਿਆ। ਇਸ ਨੂੰ ਆਪਾਂ ਕਿਸੇ ਸਪੀਕਰ ਦੇ ਵਰਡਸ ਨੂੰ ਰਿਪੋਰਟ ਕਰਨਾ, ਆ ਕੇ ਨਰੇਟ ਕਰਨਾ, ਇਸ ਨੂੰ ਆਪਾਂ ਨਰੇਸ਼ਨ ਜਾਂ ਰਿਪੋਰਟਡ ਸਪੀਚ ਕਹਿੰਦੇ ਹਾਂ। There are two ways of reporting the words of a speaker। ਸਪੀਕਰ ਦੇ ਵਰਡਸ ਨੂੰ ਵੀ ਉਸਨੇ ਕੀ ਗੱਲ ਕਹੀ ਉਸ ਨੂੰ ਦੱਸਣ ਦੇ ਦੋ ਤਰੀਕੇ ਹਨ। ਪਹਿਲਾ, we may quote within quotation marks the speaker's own actual words। This is called direct speech। ਅਸੀਂ ਉਸ ਜਿਹੜਾ ਬੋਲ ਰਿਹਾ ਉਸ ਦੇ ਆਪਣੇ ਵਰਡਸ, ਜੋ ਉਸਨੇ ਐਕਚੁਅਲ ਵਰਡਸ ਬੋਲੇ, ਉਸ ਨੂੰ ਦੱਸ ਕੇ ਕੋਟੇਸ਼ਨ ਮਾਰਕ ਦੇ ਵਿੱਚ ਆਪਾਂ ਕਹਿ ਸਕਦੇ ਹਾਂ, ਤਾਂ ਇਸ ਨੂੰ ਆਪਾਂ ਡਾਇਰੈਕਟ ਸਪੀਚ ਕਹਾਂਗੇ। ਤੇ we may report what the speaker said without quoting his exact words। This is called indirect or reported speech। ਆਪਾਂ ਉਹ ਸੇਮ ਵਰਡ ਯੂਜ਼ ਨਾ ਕਰਕੇ ਆਪਣੇ ਵੱਲੋਂ ਆਪਣੇ ਵਰਡ ਯੂਜ਼ ਕਰਕੇ ਆਪਾਂ ਸਪੀਕਰ ਜਿਹੜਾ ਬੋਲ ਰਿਹਾ ਸੀ ਉਸ ਦੇ ਗੱਲ ਨੂੰ ਦੱਸ ਸਕਦੇ ਹਾਂ ਵੀ ਉਹ ਕੀ ਕਹਿ ਰਿਹਾ ਸੀ। ਇਸ ਨੂੰ ਆਪਾਂ ਇਨਡਾਇਰੈਕਟ ਜਾਂ ਰਿਪੋਰਟਡ ਸਪੀਚ ਕਹਿੰਦੇ ਹਾਂ। ਐਗਜ਼ਾਮਪਲ ਲੈਂਦੇ ਹਾਂ। ਰਵੀ ਸੈਡ ਟੂ ਰੇਖਾ ਆਈ ਐਮ ਰੀਡਿੰਗ ਏ ਸਟੋਰੀ। ਹੁਣ ਇਸ ਦੇ ਵਿੱਚ ਸੈਡ ਜਿਹੜਾ ਹੈ ਇਹ ਰਿਪੋਰਟਿੰਗ ਵਰਬ ਹੈ। ਰਵੀ ਸੈਡ ਟੂ ਰੇਖਾ, ਸੈਡ ਰਿਪੋਰਟਿੰਗ ਵਰਬ ਹੈ ਤੇ ਇਹ ਪਾਸਟ ਟੈਂਸ ਵਿੱਚ ਹੈ ਕਿਉਂਕਿ ਸੈਕਿੰਡ ਫਾਰਮ ਹੈ। ਆਈ ਐਮ ਰੀਡਿੰਗ ਏ ਸਟੋਰੀ, ਇਹ ਐਕਚੁਅਲ ਸਪੀਚ ਹੈ ਕੋਟੇਸ਼ਨ ਮਾਰਕ ਦੇ ਵਿੱਚ, ਜੋ ਉਸਨੇ ਐਕਚੁਅਲੀ ਬੋਲਿਆ ਰਵੀ ਨੇ ਰੇਖਾ ਨੂੰ। ਇਸੇ ਸੈਂਟੈਂਸ ਨੂੰ ਆਪਾਂ ਦੂਸਰੀ ਤਰ੍ਹਾਂ ਕਹਿ ਸਕਦੇ ਹਾਂ, ਰਵੀ ਟੋਲਡ ਰੇਖਾ ਦੈਟ ਹੀ ਵਾਜ਼ ਰੀਡਿੰਗ ਏ ਸਟੋਰੀ। ਹੁਣ ਹੀ ਵਾਜ਼ ਰੀਡਿੰਗ ਏ ਸਟੋਰੀ ਇਹ ਰਿਪੋਰਟਡ ਸਪੀਚ ਹੈ। ਇਸੇ ਗੱਲ ਨੂੰ ਆਈ ਐਮ ਰੀਡਿੰਗ ਏ ਸਟੋਰੀ, ਜਿਹੜੇ ਕਿ ਉਸਨੇ ਐਕਚੁਅਲ ਵਰਡਸ ਬੋਲੇ ਸੀਗੇ, ਉਸ ਨੂੰ ਆਪਾਂ ਰਿਪੋਰਟ ਕਰ ਰਹੇ ਹਾਂ ਹੀ ਵਾਜ਼ ਰੀਡਿੰਗ ਏ ਸਟੋਰੀ। ਇਹ ਹੈ ਰਿਪੋਰਟਡ ਸਪੀਚ। ਸਬਜੈਕਟ ਐਂਡ ਆਬਜੈਕਟ ਆਫ ਰਿਪੋਰਟਿੰਗ ਵਰਬ। ਰਿਪੋਰਟਿੰਗ ਵਰਬ ਕੀ ਹੈ? ਸੈਡ। ਤੇ ਸਬਜੈਕਟ ਤੇ ਆਬਜੈਕਟ ਰਿਪੋਰਟਿੰਗ ਵਰਬ ਦੇ ਕਿਹੜੇ ਨੇ? ਰਵੀ ਜਿਹੜਾ ਸਬਜੈਕਟ ਹੈ ਤੇ ਰੇਖਾ ਆਬਜੈਕਟ। When we make indirect speech, the personal pronouns of direct speech are changed as follows। ਜਦੋਂ ਅਸੀਂ ਇਨਡਾਇਰੈਕਟ ਸਪੀਚ ਬਣਾਉਂਦੇ ਹਾਂ ਤਾਂ ਜਿਹੜੇ ਪਰਸਨਲ ਪ੍ਰੋਨਾਊਨ ਨੇ ਉਹ ਇਸ ਤਰ੍ਹਾਂ ਬਦਲ ਜਾਂਦੇ ਨੇ। ਪਰਸਨਲ ਪ੍ਰੋਨਾਊਨ, pronouns of first person, that is I, we, my, mine, our, ours, me, us, are changed according to the person of the subject of the reporting verb। ਇਹ ਜਿਹੜੇ ਫਸਟ ਪਰਸਨ ਦੇ ਪ੍ਰੋਨਾਊਨਸ ਨੇ ਇਹਨਾਂ ਨੂੰ ਆਪਾਂ ਚੇਂਜ ਕਰਦੇ ਹਾਂ ਸਬਜੈਕਟ ਦੇ ਹਿਸਾਬ ਨਾਲ। ਰਿਪੋਰਟਿੰਗ ਵਰਬ ਦਾ ਜਿਹੜਾ ਸਬਜੈਕਟ ਹੈ ਉਹਦੇ ਹਿਸਾਬ ਨਾਲ। ਪ੍ਰੋਨਾਊਨਸ ਆਫ ਸੈਕੰਡ ਪਰਸਨ, that is you, your, yours, are changed according to the person of the object of the reporting verb। ਜਿਹੜੇ ਸੈਕੰਡ ਪਰਸਨ ਦੇ ਪ੍ਰੋਨਾਊਨ ਨੇ you, your, yours, ਇਹਨਾਂ ਨੂੰ ਆਪਾਂ ਚੇਂਜ ਕਰਦੇ ਹਾਂ ਆਬਜੈਕਟ ਦੇ ਹਿਸਾਬ ਨਾਲ, ਜਿਹੜਾ ਰਿਪੋਰਟਿੰਗ ਵਰਬ ਦਾ ਆਬਜੈਕਟ ਹੈ। ਪ੍ਰੋਨਾਊਨਸ ਆਫ ਥਰਡ ਪਰਸਨ he, his, him, she, her, hers, it, its, they, their, theirs, them, or any name or noun are not changed, they remain in third person। ਤੇ ਜਿਹੜੇ ਥਰਡ ਪਰਸਨ ਦੇ ਪ੍ਰੋਨਾਊਨ ਨੇ ਉਹ ਚੇਂਜ ਨਹੀਂ ਹੁੰਦੇ। ਫਸਟ ਪਰਸਨ ਦੇ ਪ੍ਰੋਨਾਊਨ I, we, my, mine, etc. ਇਹ ਚੇਂਜ ਕਰਾਂਗੇ ਆਪਾਂ ਸਬਜੈਕਟ ਦੇ ਹਿਸਾਬ ਨਾਲ। ਰਿਪੋਰਟਿੰਗ ਵਰਬ ਦਾ ਜਿਹੜਾ ਸਬਜੈਕਟ ਹੈ ਸੈਕੰਡ ਪਰਸਨ ਦੇ ਆਬਜੈਕਟ ਦੇ ਹਿਸਾਬ ਨਾਲ, ਤੇ ਥਰਡ ਪਰਸਨ ਦੇ ਚੇਂਜ ਨਹੀਂ ਹੋਣਗੇ।
Same example, दोबारा, Ravi said to Rekha, I am reading a story. Ravi told Rekha that he was reading a story. थोड़ा एनालाइज करते हैं इस सेंटेंस ਨੂੰ। said to ਨੂੰ ਆਪਾਂ told ਕਰ ਦਿੱਤਾ, ਜਿਹੜਾ ਰਿਪੋਰਟਿੰਗ ਵਰਬ ਸੀ ਉਸ ਨੂੰ ਆਪਾਂ told। ਜਿਹੜੇ ਕੋਟੇਸ਼ਨ ਮਾਰਕ ਯਾਨੀ ਕਿ ਇਨਵਰਟਿਡ ਕੋਮਾ ਸੀ ਉਹਨੂੰ ਹਟਾ ਕੇ ਆਪਾਂ that ਲਗਾ ਲਿਆ। ਪਰਸਨਲ ਪ੍ਰੋਨਾਉਨ ਜਿਹੜਾ ਕਿ ਫਰਸਟ ਪਰਸਨ ਦਾ ਪ੍ਰੋਨਾਉਨ ਸੀ ਆਈ, ਉਸ ਨੂੰ ਹੀ ਬਣਾਇਆ ਕਿਉਂਕਿ ਆਈ ਜਿਹੜਾ ਹੈ ਚੇਂਜ ਹੋਏਗਾ ਸਬਜੈਕਟ ਦੇ ਹਿਸਾਬ ਨਾਲ। ਰਵੀ ਦੇ ਹਿਸਾਬ ਨਾਲ ਹੀ। ਹੁਣ ਰਵੀ ਸੈਡ ਟੂ ਰੇਖਾ ਯੂ ਆਰ ਬਿਊਟੀਫੁਲ। ਹੁਣ ਸੈਕੰਡ ਪਰਸਨ ਦਾ ਪ੍ਰੋਨਾਉਨ ਯੂ, ਇਸ ਨੂੰ ਆਪਾਂ ਚੇਂਜ ਕੀਤਾ। ਰਵੀ ਟੋਲਡ ਰੇਖਾ ਦੈਟ ਸ਼ੀ ਵਾਜ਼ ਬਿਊਟੀਫੁਲ। ਸੈਕੰਡ ਪਰਸਨ ਦਾ ਪ੍ਰੋਨਾਉਨ ਚੇਂਜ ਕਰਾਂਗੇ ਆਪਾਂ ਆਬਜੈਕਟ ਦੇ ਹਿਸਾਬ ਨਾਲ, ਰੇਖਾ ਦੇ ਹਿਸਾਬ ਨਾਲ। ਸੋ ਰੇਖਾ ਇਜ਼ ਅ ਫੀਮੇਲ, ਸੋ she was beautiful। ਤੇ ਆਪਾਂ ਕਿਉਂਕਿ past tense ਵਿੱਚ ਹੈ said ਜਿਹੜਾ ਸਾਡਾ ਰਿਪੋਰਟਿੰਗ ਵਰਬ ਹੈ, ਤਾਂ ਆਪਾਂ past tense ਦੇ ਵਿੱਚ ਚੇਂਜ ਕਰਤਾ। if the reporting verb is in present tense or future tense, says or will say, there will be no change into the tense of reported speech। ਜੇ ਸਾਡਾ ਰਿਪੋਰਟਿੰਗ ਵਰਬ ਪ੍ਰੈਜ਼ੈਂਟ ਟੈਂਸ ਔਰ ਫਿਊਚਰ ਟੈਂਸ ਵਿੱਚ ਹੈ, says ਜਾਂ will say, there will be no change। ਰਿਪੋਰਟਡ ਸਪੀਚ ਦੇ ਟੈਂਸ ਦੇ ਵਿੱਚ ਕੋਈ ਚੇਂਜ ਨਹੀਂ ਹੋਏਗੀ। ਜਿਵੇਂ you say to me I am playing, you say to me that you are playing। ਆਪਾਂ ਇਨਵਰਟਡ ਕੋਮਾ ਹਟਾ ਕੇ that ਲਗਾਇਆ, I ਨੂੰ you ਬਣਾ ਦਿੱਤਾ ਕਿਉਂਕਿ I ਸਬਜੈਕਟ ਦੇ ਹਿਸਾਬ ਨਾਲ ਚੇਂਜ ਕਰਤਾ। ਪਰ ਜਿਹੜਾ ਟੈਂਸ ਹੈ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਇਜ਼ ਐਮ ਆਰ ਆਈ ਐਨ ਜੀ, ਉਸ ਨੂੰ ਚੇਂਜ ਨਹੀਂ ਕੀਤਾ, ਪ੍ਰੈਜ਼ੈਂਟ ਨੂੰ ਪ੍ਰੈਜ਼ੈਂਟ ਵਿੱਚ ਹੀ ਰਹਿਣ ਦਿੱਤਾ। ਇਫ ਦ ਰਿਪੋਰਟਿੰਗ ਵਰਬ ਇਜ਼ ਇਨ ਪਾਸਟ ਟੈਂਸ, ਜਿਵੇਂ said ਜਾਂ said to, all present tenses of the direct speech are changed into the corresponding past tenses। ਜੇ ਰਿਪੋਰਟਿੰਗ ਵਰਬ ਪਾਸਟ ਟੈਂਸ ਦੇ ਵਿੱਚ ਹੈ ਜਿਵੇਂ ਕਿ said, ਤਾਂ ਜਿਹੜੇ ਡਾਇਰੈਕਟ ਸਪੀਚ ਦੇ ਟੈਂਸਸ ਨੇ ਉਹਨਾਂ ਨੂੰ ਚੇਂਜ ਕਰ ਦਿਆਂਗੇ ਆਪਾਂ ਪ੍ਰੈਜ਼ੈਂਟ ਟੈਂਸ ਨੂੰ ਪਾਸਟ ਟੈਂਸ ਦੇ ਵਿੱਚ, ਕੋਰਸਪੋਂਡਿੰਗ ਪਾਸਟ ਟੈਂਸਸ ਦੇ ਵਿੱਚ। You said to me I am playing, said past tense, so you told me that you were playing। present continuous ਨੂੰ past continuous ਚੇਂਜ ਕਰਤਾ। change in tenses when reporting verb is in past tense। ਜਦੋਂ ਰਿਪੋਰਟਿੰਗ ਵਰਬ past tense ਦੇ ਵਿੱਚ ਹੈ ਤਾਂ ਆਪਾਂ tenses ਨੂੰ ਚੇਂਜ ਕਰਾਂਗੇ। present indefinite changes to past indefinite। he said to me Deepak goes to school। goes first form of verb, present indefinite। he told me that Deepak went to school। went second form of verb, past indefinite। present indefinite, past indefinite। present continuous past continuous ਵਿੱਚ change ਹੋਏਗਾ। Rita said to Mohan Ravi is reading a book। Rita told Mohan that Ravi was reading a book। is MRING, was were ing। present perfect changes to past perfect। Geeta said Rohan has completed his work। Geeta said that Rohan had completed his work। has and third form, had and third form। ਤੇ ਜਿਹੜੇ ਪ੍ਰੈਜ਼ੈਂਟ ਟੈਂਸ ਨੇ ਉਹ ਕੋਰਸਪੋਂਡਿੰਗ ਪਾਸਟ ਟੈਂਸ ਦੇ ਵਿੱਚ ਚੇਂਜ ਕਰਾਂਗੇ ਜਦੋਂ ਰਿਪੋਰਟਿੰਗ ਵਰਬ ਪਾਸਟ ਟੈਂਸ ਵਿੱਚ ਹੋਵੇ, said ਜਾਂ said to। ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਨੂੰ ਪਾਸਟ ਪਰਫੈਕਟ ਕੰਟੀਨਿਊਸ ਦੇ ਵਿੱਚ। he said to me Sita has been working since morning। he told me that Sita had been working since morning। has been ing, had been ਤੇ ing। ਪਾਸਟ ਇੰਡੈਫੀਨਿਟ ਨੂੰ ਪਾਸਟ ਪਰਫੈਕਟ ਵਿੱਚ ਚੇਂਜ ਕਰਾਂਗੇ। ਪ੍ਰੈਜ਼ੈਂਟ ਪਰਫੈਕਟ ਵੀ ਪਾਸਟ ਪਰਫੈਕਟ ਵਿੱਚ ਚੇਂਜ ਹੁੰਦਾ ਹੈ ਤੇ ਪਾਸਟ ਇੰਡੈਫੀਨਿਟ ਵੀ ਪਾਸਟ ਪਰਫੈਕਟ ਵਿੱਚ ਚੇਂਜ ਹੋ ਜਾਂਦਾ ਹੈ। she said to Mohan Ravi wrote a letter। she told Mohan that Ravi had written a letter। wrote second form, had and third form, past indefinite, past perfect। past continuous ਨੂੰ past perfect continuous ਦੇ ਵਿੱਚ। Geeta said Rohan was working on a project। Geeta said that Rohan had been working on a project। was were ing, had been ing।
past continuous, past perfect continuous. Past perfect and past perfect continuous, no change. जे direct speech ਵਿੱਚ past perfect ਹੋਵੇ ਜਾਂ past perfect continuous ਤਾਂ ਉਸ ਨੂੰ ਆਪਾਂ change ਨਹੀਂ ਕਰਾਂਗੇ। Adverbs time or place indicating words ਇਹ change ਹੋ ਜਾਂਦੇ ਨੇ, ਜਿਵੇਂ today that day, tomorrow the next day, yesterday the previous day, last night the previous night, last week the previous week, next week the following week, tonight that night, this that, these those, here there, now then. Ago before, thus so, hence thence, hereby thereby, hither thither, will shall will change into would, will shall ਨੂੰ would ਵਿੱਚ change ਕਰਾਂਗੇ, may might can could, just then come go। कुछ एग्जाम्पल लेने हैं। I said to him, you are very ambitious. I told him that he was very ambitious. Said to told कर देता, इन्वर्टेड कॉमा हटाया, that लगा देता। You क्योंकि सेकंड पर्सन प्रोनाउन है, इस ਦੇ ਵਿੱਚ him ਦੇ ਹਿਸਾਬ ਨਾਲ ਚੇਂਜ ਕਰਾਂਗੇ ਤਾਂ he ਬਣ ਗਿਆ। I told him that he was very ambitious। ਸਿੰਪਲ ਪਾਸਟ ਸਿੰਪਲ ਪ੍ਰੈਜ਼ੈਂਟ ਨੂੰ ਸਿੰਪਲ ਪਾਸਟ ਦੇ ਵਿੱਚ ਚੇਂਜ ਕਰ ਦਿਆਂਗੇ। He said to me, your brother has sent you a gift. He told me that my brother had sent me a gift. Your brother, my brother, क्योंकि second person object ਦੇ ਵਿੱਚ change ਹੋਏਗਾ, me ਦੇ ਹਿਸਾਬ ਨਾਲ your brother ਨੂੰ my brother ਬਣਾਤਾ। Has sent, has and third form, had and third form। He said to me, your brother has sent you a gift. He told me that my brother had sent me a gift। He said, I am working now. He said that he was working then। He said, I left school long ago. He said that he had left school long before। Left second form, had and third form। Hari said, I do not know this location। Hari said that he did not know that location। Do not know, present indefinite, did not know, past indefinite। The policeman said, I caught 2 thieves last night। The policeman said that he had caught 2 thieves the previous night। Caught second form, had and third form। Universal truths. If the direct speech expresses a universal truth or a habitual fact, the tense in the indirect speech is not changed। ਜੇ ਡਾਇਰੈਕਟ ਸਪੀਚ ਦੇ ਵਿੱਚ ਯੂਨੀਵਰਸਲ ਟਰੂਥ ਜਾਂ ਹੈਬਿਚੁਅਲ ਫੈਕਟ ਹੈਗਾ ਤਾਂ ਉਸ ਦਾ ਟੈਂਸ ਆਪਾਂ ਇਨਡਾਇਰੈਕਟ ਸਪੀਚ ਬਣਾਉਣ ਲੱਗਿਆਂ ਚੇਂਜ ਨਹੀਂ ਕਰਾਂਗੇ, ਸੇਮ ਟੈਂਸ ਰਹਿਣ ਦੇਵਾਂਗੇ। He said God is everywhere। He said that God is everywhere। Same। Ravi said the evil that men do lives after them। Ravi said that the evil that men do lives after them। टेंस ਨੂੰ ਆਪਾਂ चेंज नहीं ਕੀਤਾ। Declarative or assertive, the reporting verb say or tell does not need any change। ਜਿਹੜੇ assertive sentence ਨੇ, declarative ਨੇ, ਉਹਨਾਂ ਦੇ ਵਿੱਚ ਜਿਹੜਾ reporting verb say ਹੈ ਉਸ ਨੂੰ ਜਾਂ tell ਹੈ ਉਸ ਨੂੰ change ਕਰਨ ਦੀ ਲੋੜ ਨਹੀਂ ਹੁੰਦੀ। Other reporting verbs may be used, ਆਪਾਂ ਦੂਜੇ verb use ਕਰ ਸਕਦੇ ਹਾਂ, but though not imperative to express whether the speech is a reply, confession or reminder। ਆਪਾਂ ਦੂਜੇ verb use ਕਰ ਸਕਦੇ ਹਾਂ ਪਰ ਜ਼ਰੂਰੀ ਨਹੀਂ ਕਿ ਉਹ ਕਰੀਏ, ਕਿ ਜਿਹੜਾ ਸਾਡਾ speech ਹੈ ਉਹ reply ਹੈ, confession ਹੈ ਜਾਂ reminder ਹੈ। ਇਹ word use ਕਰ ਸਕਦੇ ਹਾਂ ਆਪਾਂ, reply, state, declare, confess, remark, remind, inform, but ਉਹ compulsory ਨਹੀਂ, ਜ਼ਰੂਰੀ ਨਹੀਂ ਨੇ ਇਹ ਕਰਨੇ। Interrogative यानी कि questions, the reporting verb is changed to ask, enquire, demand or query। ਜਦੋਂ question ਹੁੰਦੇ ਨੇ ਤਾਂ ਆਪਾਂ ਇਹ word ਜਿਹੜੇ reporting verb ਦੀ ਥਾਂ ਤੇ ਇਹ word ਲਾ ਦਿੰਨੇ ਆ, ask, enquire, demand ਜਾਂ query।
when the question begins with an interrogative pronoun or adverb, such as what, who, whom, whose, or when, where, why, how, these words become joining word if or whether is not used for joining. ਜਦੋਂ ਕੁਐਸਚਨ ਜਿਹੜੇ ਨੇ ਸ਼ੁਰੂ ਹੋ ਰਹੇ ਨੇ ਇੰਟਰੋਗੇਟਿਵ ਪ੍ਰੋਨਾਉਨ ਜਾਂ ਐਡਵਰਬ ਦੇ ਨਾਲ, ਜਿਵੇਂ what, who ਵਗੈਰਾ, ਤਾਂ ਇਹ ਵਰਡ ਜਿਹੜੇ ਨੇ ਜੁਆਇਨਿੰਗ ਵਰਡ ਦਾ ਕੰਮ ਕਰਨਗੇ। ਆਪਾਂ if ਤੇ whether ਨਹੀਂ ਲਗਾਉਂਦੇ ਜੁਆਇਨਿੰਗ ਵਾਸਤੇ। When the question begins with is, are, do, has, will, can, etc., or when answer of the question is in yes or no, if or whether is used for joining। ਜਦੋਂ question ਜਿਹੜਾ ਹੈ is, am, are ਜਾਂ do, has, will, can ਦੇ ਨਾਲ ਸ਼ੁਰੂ ਹੋ ਰਿਹਾ ਹੈ ਤਾਂ ਆਪਾਂ joining ਵਾਸਤੇ if ਜਾਂ whether use ਕਰਦੇ ਹਾਂ। In both the cases, question form is changed into the assertive form। question ਚਾਹੇ ਦੋਹਾਂ ਚੋਂ ਕੋਈ ਵੀ ਹੋਵੇ, ਤਾਂ ਜਦੋਂ ਆਪਾਂ indirect speech ਬਣਾਵਾਂਗੇ ਤਾਂ question ਨੂੰ assertive form ਦੇ ਵਿੱਚ change ਕਰ ਦਿਆਂਗੇ। question ਨੂੰ question ਨਹੀਂ ਰਹਿਣ ਦੇਣਾ, ਆਪਾਂ simple sentence ਬਣਾ ਦਿਆਂਗੇ। example ਲੈਂਦੇ ਹਾਂ। I said to him, who are you? I inquired of him. I said to him, I inquired of him who he was. Who are you? Question है is, am, are, ਆਪਾਂ was ਲਾਤਾ, past tense ਬਣਾਤਾ, ਪਰ question ਨੂੰ question ਨਹੀਂ ਰਹਿਣ ਦਿੱਤਾ। who he was ਕਿਹਾ ਆਪਾਂ, who was he ਨਹੀਂ ਕਿਹਾ। he you ਵਾਸਤੇ ਲਾਇਆ, you ਕਿਉਂਕਿ second person ਹੈ, object ਦੇ ਹਿਸਾਬ ਨਾਲ change ਹੋ ਗਿਆ, him ਦੇ ਹਿਸਾਬ ਨਾਲ he ਬਣਾ ਦਿੱਤਾ। Amar said to me, why do you not go home? Amar asked me why I did not go home. Do you know? Did not ਦੇ ਵਿੱਚ change ਕਰਤਾ, present ਨੂੰ past ਦੇ ਵਿੱਚ, ਪਰ simple sentence ਬਣਾਇਆ। question ਵਾਲਾ question ਨਹੀਂ ਰਹਿਣ ਦਿੱਤਾ। Amar said to me, why do you not go home? Amar asked me why I did not go home. He said to Sham, where did you go? He asked Sham where he had gone. Did you go? Past indefinite. Had and third form, where he had gone. Past perfect. He said to me, why were you beating the boy? He demanded of me why I had been beating the boy. Was were ing, had been ing. Radha said to him, where are you going? Radha asked him where he was going. She said to her son, do you know that girl? She asked her son if he knew that girl. Do you know? Present indefinite. If he knew. Past indefinite. If लगाया ਆਪਾਂ joining वास्ते, if या whether use करते हैं ਆਪਾਂ ਇਹੋ ਜਿਹੇ sentences वास्ते, ਤੇ question ਨੂੰ question नहीं रहने ਦਿੰਦੇ। The teacher said to the boy, can you lift this weight? The teacher asked the boy if he could lift that weight. Can nu could banata. Madan said to me, will you help me? Madan asked me whether I would help him. Will, would. I said to him, have you given her your book? I inquired of him whether he had given her his book. You ਨੂੰ ਚੇਂਜ ਕੀਤਾ ਆਪਾਂ him ਦੇ ਹਿਸਾਬ ਨਾਲ, he. have and third form, had and third form, had given her his book, your book, him ਦੇ ਹਿਸਾਬ ਨਾਲ his book. You said to her, did you like my show? You asked her if she had liked your show. Did यानी कि past indefinite, had and third form, past perfect. Imperative sentences, commands and requests. The reporting verb is changed into a verb denoting command, request or advice, such as request, order, tell, advise, beseech, threaten, beg, implore, command, ask, propose and forbid.
ਜਿਹੜੇ ਇੰਪੈਰੇਟਿਵ ਸੈਂਟੈਂਸਿਸ ਨੇ ਉਹਨਾਂ ਨੂੰ ਆਪਾਂ ਜਿਹੜਾ ਰਿਪੋਰਟਿੰਗ ਵਰਬ ਹੈ ਉਸ ਨੂੰ ਚੇਂਜ ਕਰ ਦਿੰਨੇ ਆ ਸੈਂਟੈਂਸ ਦੇ ਹਿਸਾਬ ਨਾਲ ਕਿ ਉਹ ਰਿਕੁਐਸਟ ਹੈ ਜਾਂ ਕਮਾਂਡ ਹੈ ਜਾਂ ਐਡਵਾਈਸ ਹੈ ਉਹਦੇ ਹਿਸਾਬ ਨਾਲ ਆਪਾਂ ਇਹ ਵਰਡ ਯੂਜ਼ ਕਰਾਂਗੇ ਜਿਵੇਂ ਰਿਕੁਐਸਟ ਆਰਡਰ ਟੈਲ ਜਾਂ ਥ੍ਰੈਟਨ ਪ੍ਰਪੋਜ਼ ਫੋਰਬਿਡ ਇਹੋ ਜਿਹੇ ਵਰਡ ਆਪਾਂ ਰਿਪੋਰਟਿੰਗ ਵਰਬ ਨੂੰ ਚੇਂਜ ਕਰ ਦਿਆਂਗੇ ਇਹ ਵਰਡ ਲਾ ਦਿਆਂਗੇ ਆਪਾਂ all these verbs except propose must be followed by an object ਜਿਹੜੇ ਇਹ ਵਰਬ ਨੇ ਕਮਾਂਡ ਰਿਕੁਐਸਟ ਇਹਨਾਂ ਤੋਂ ਬਾਅਦ ਆਬਜੈਕਟ ਵੀ ਜ਼ਰੂਰ ਆਏਗਾ ਇਸ ਪ੍ਰਪੋਜ਼ ਨੂੰ ਛੱਡ ਕੇ ਪ੍ਰਪੋਜ਼ ਦੇ ਨਾਲ ਆਬਜੈਕਟ ਦੀ ਜ਼ਰੂਰਤ ਨਹੀਂ ਹੈ infinitives are used such as to go to work not to eat infinitives use ਕਰਦੇ ਹਾਂ ਆਪਾਂ ਜਿਵੇਂ to go to work ਜਾਂ not to eat example ਲੈਣੇ ਆ he said to me obey your parents he advised me to obey my parents said to ਨੂੰ advised ਕਰਤਾ to ਲਗਾ ਕੇ ਆਪਾਂ ਸੈਂਟੈਂਸ ਨੂੰ ਉਸ ਤਰ੍ਹਾਂ ਲਿਖਤਾ ਚੇਂਜ ਕੀਤਾ ਆਪਾਂ ਪ੍ਰੋਨਾਉਨ ਨੂੰ your parents me ਦੇ ਹਿਸਾਬ ਨਾਲ my parents ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ he advised me that I should obey my parents should ਲਗਾ ਕੇ ਵੀ ਆਪਾਂ ਇਹ ਸੈਂਟੈਂਸ ਨੂੰ ਚੇਂਜ ਕਰ ਸਕਦੇ ਹਾਂ the teacher said to the boys work hard the teacher advised the boys to work hard Joy said to me, lend me your pen, please. Joy requested me to lend him my pen. The doctor said to the patient, do not eat too many sweets. The doctor advised the patient not to eat too many sweets. Do not eat nu pa not to eat banaya. He said to his son, do not go to the market. He forbade his son to go to the market ਜਦੋਂ forbade word ਆਂਦਾ ਹੈ ਤਾਂ ਆਪਾਂ not ਨਹੀਂ ਲਗਾਉਂਦੇ ਆ forbade ਦਾ meaning ਹੀ ਮਨਾ ਕਰਨਾ ਹੈ ਇਸ ਕਰਕੇ not ਦੀ ਜ਼ਰੂਰਤ ਨਹੀਂ ਹੈ ਇੱਥੇ let changing let ਵਾਲੇ ਜਿਹੜੇ sentences ਨੇ ਉਹਨਾਂ ਨੂੰ change ਕਰਾਂਗੇ let is used to express request suggestion or command let ਨੂੰ ਆਪਾਂ request suggestion ਤੇ command ਵਾਸਤੇ use ਕਰਦੇ ਹਾਂ He said, let me go. He requested to let him go. He said, let's take him to the doctor. He suggested that they should take him to the doctor. Let वाले sentence ਨੂੰ ਆਪਾਂ to ਲਗਾ ਕੇ let him go करता to ਨਾਲ use कर सकते हैं ये suggestion है ਤਾਂ ਆਪਾਂ they should ਲਗਾਉਂਦੇ ਹਾਂ should word use ਕਰਦੇ ਹਾਂ ਆਪਾਂ He said, let's take him to the doctor. He suggested that they should take him to the doctor. The police inspector said, let no one leave the room. The police inspector ordered that no one should leave the room. Exclamatory sentences. While reporting exclamations and wishes in the indirect way, change the reporting verb into some such verb pray, cry, exclaim, bless, wish, etc. ਜਿਹੜੇ exclamatory sentences ਨੇ ਉਹਨਾਂ ਨੂੰ ਰਿਪੋਰਟ ਕਰਦੇ ਟਾਈਮ ਤੇ ਆਪਾਂ exclamation ਜਾਂ wishes ਨੂੰ ਚੇਂਜ ਕਰਾਂਗੇ ਆਪਾਂ ਰਿਪੋਰਟਿੰਗ verb ਨੂੰ ਕਿਹਦੇ ਵਿੱਚ pray, cry, exclaim, bless ਜਾਂ wish ਦੇ ਵਿੱਚ omit interjections such as oh bravo hush alas hurrah etc ਜਿਹੜੇ ਇਹ ਇੰਟਰਜੈਕਸ਼ਨਸ ਨੇ ਇਹਨਾਂ ਨੂੰ ਆਪਾਂ omit ਯਾਨੀ ਕਿ ਰਿਮੂਵ ਕਰ ਦਿਆਂਗੇ The child said hurrah mother has come The child exclaimed with joy that his mother had come The boys said alas we have lost the match The boys exclaimed with sorrow exclaimed sorrowfully that they had lost the match. ਆਪਾਂ exclaimed word ਲਾਤਾ exclaimed with joy exclaimed with sorrow hurrah ਤੇ alas ਇਹੋ ਜਿਹੜੇ interjections ਨੇ ਉਹ ਹਟਾ ਦਿੱਤੇ ਤੇ tenses ਨੂੰ change ਕਰ ਦਿੱਤਾ have lost ਨੂੰ had lost has come ਨੂੰ had come
मीनस टेंसेस चेंज कीते। ए सी नरेशन या रिपोर्टेड स्पीच, डायरैक्ट इनडायरैक्ट स्पीच। उम्मीद है तुहानू अच्छी तरह समझ आया होएगा ते जे चंगा लग्या होवे तां इस वीडियो नू लाइक जरूर करियो ते बाकी वीडियोज़ लई हंस कोचिंग साडे चैनल नू सबसक्राइब करो। थैंक यू फॉर वॉचिंग।